ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਸਲਾਈਡ ਪ੍ਰੈਜੈਂਟੇਸ਼ਨ ਰਾਹੀਂ ਇੱਕ ਅਹਿਮ ਵਿਸ਼ਾ ਹੈ ਹੁਕਮ ਤੇ ਹੁਕਮ ਦੀ ਖੇਡ ਬਾਰੇ ਵੀਰ MP ਸਿੰਘ ਜੀ ਪਾਸੋਂ ਵਿਚਾਰ ਸਰਵਣ ਕਰਾਂਗੇ। ਤਾਂ ਮੈਂ ਵੀਰ MP ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਉਹ ਅੱਜ ਦੀ ਆਪਣੇ ਸਲਾਈਡ ਪ੍ਰੈਜੈਂਟੇਸ਼ਨ ਸ਼ੁਰੂ ਕਰਨ। ਵੀਰ MP ਸਿੰਘ ਜੀ। ਸੋ ਆਰੰਭਤਾ ਵਿੱਚ ਸਭ ਤੋਂ ਪਹਿਲੇ ਮੂਲ ਮੰਤਰ ਦਾ ਪਾਠ ਕਰ ਲਈਏ ਜੀ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਕਲਾਸ ਵਿੱਚ ਆਇਆ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਇੱਕ ਵਾਰੀ ਇਸ ਪ੍ਰੈਜੈਂਟੇਸ਼ਨ ਦੀ ਆਰੰਭਤਾ ਦੇ ਫਿਰ ਤੋਂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਪ੍ਰੈਜੈਂਟੇਸ਼ਨ ਦਾ ਜੋ ਸਿਰਲੇਖ ਹੈ, ਟਾਈਟਲ ਹੈ, ਉਹ ਹੈ ਹੁਕਮ ਦੀ ਖੇਡ। ਹੁਕਮ ਦੇ ਵਿਸ਼ੇ ਤੇ ਕੁਝ ਇੱਕ ਹਫ਼ਤੇ ਪਹਿਲਾਂ ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਇੱਕ ਪ੍ਰੈਜੈਂਟੇਸ਼ਨ ਆਪ ਜੀ ਨਾਲ ਸਾਂਝੀ ਕੀਤੀ ਸੀ। ਉਹਦੇ ਵਿੱਚ ਗੁਰਬਾਣੀ ਦੇ ਆਧਾਰ ਤੇ, ਗੁਰਮਤਿ ਸਿਧਾਂਤਾਂ ਦੇ ਆਧਾਰ ਤੇ ਹੁਕਮ ਦੀ ਵਿਆਖਿਆ ਆਪ ਜੀ ਨੇ ਕੀਤੀ ਸੀ ਤੇ ਇਹ ਗੱਲ ਸਪਸ਼ਟ ਕੀਤੀ ਸੀ ਕਿ ਹੁਕਮ ਅਤੇ ਨਾਮ ਇੱਕੋ ਹੀ ਅਰਥ ਰੱਖਦੇ ਹਨ। ਸੋ ਪਰਮਾਤਮਾ ਦੇ ਹੁਕਮ ਦੇ ਬਾਰੇ ਇਹ ਗੱਲ ਉਹਨਾਂ ਨੇ ਸਪਸ਼ਟ ਕੀਤੀ ਸੀ। ਜਪ ਬਾਣੀ ਦੀ ਵਿਚਾਰ ਜੋ ਆਰੰਭ ਹੋਈ ਹੈ ਉਸ ਦੇ ਅੰਦਰ ਵੀ ਜਪਜੀ ਦੀ ਦੂਜੀ ਪੌੜੀ ਦੇ ਅੰਦਰ ਹੁਕਮ ਦਾ ਜ਼ਿਕਰ ਆਉਂਦਾ ਹੈ। ਪਹਿਲੀ ਪੌੜੀ ਵਿੱਚ ਵੀ ਗੱਲ ਹੁਕਮ ਰਜ਼ਾਈ ਚੱਲਣ ਦੀ ਆਉਂਦੀ ਹੈ। ਦੂਸਰੀ ਪੌੜੀ ਦੇ ਵਿੱਚ ਵੀ ਆਉਂਦਾ ਹੈ ਕਿ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਫਿਰ ਇਹ ਵੀ ਗੱਲ ਆਉਂਦੀ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤਾਂ ਇਹਨਾਂ ਸਭ ਤੋਂ ਇਹ ਅੰਦਾਜ਼ਾ ਤਾਂ ਸਾਨੂੰ ਹੋ ਹੀ ਜਾਂਦਾ ਹੈ ਕਿ ਹੁਕਮ ਦਾ ਜੋ ਵਿਸ਼ਾ ਹੈ ਉਹ ਇੰਨਾ ਹੀ ਸਪਸ਼ਟ ਔਰ ਇੰਨਾ ਸੌਖਾ ਨਹੀਂ ਹੈ। ਇਸ ਨੂੰ ਸਮਝ ਸਕਣਾ ਤੇ ਇਹਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕਣਾ ਇਹ ਜ਼ਿੰਦਗੀ ਭਰ ਦੀ ਕਸ਼ਮਕਸ਼ ਹੈ। ਸਮਝਣ ਵਾਸਤੇ ਵੀ ਅਤੇ ਇਸ ਹੁਕਮ ਦੀ ਜੋ ਪਰਿਭਾਸ਼ਾ ਨੂੰ ਜੋ ਸਮਝ ਵਿੱਚ ਆਵੇ ਉਸ ਨੂੰ ਜੀਵਨ ਦੇ ਵਿੱਚ ਅਪਣਾਉਣ ਵਾਸਤੇ ਸਾਰੀ ਜ਼ਿੰਦਗੀ ਦੀ ਮਿਹਨਤ ਔਰ ਐਫਰਟ ਚਾਹੀਦਾ ਹੈ ਔਰ ਉਹਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼, ਗੁਰੂ ਦੀ ਗਾਈਡੈਂਸ ਦਾ ਬਹੁਤ ਜ਼ਿਆਦਾ ਅਹਿਮ ਰੋਲ ਹੈ। ਅੱਜ ਦਾ ਜੋ ਸਾਡਾ ਵਿਸ਼ਾ ਹੈ ਇਸ ਪ੍ਰੈਜੈਂਟੇਸ਼ਨ ਦਾ ਉਹ ਇਹਨਾਂ ਦੋਨਾਂ ਹੀ ਚੀਜ਼ਾਂ ਤੋਂ ਥੋੜਾ ਵੱਖਰਾ ਹੈ। ਇੱਥੇ ਇੱਕ ਐਕਸਪੈਰੀਮੈਂਟਲ ਤੌਰ ਦੇ ਉੱਤੇ, ਇੱਕ ਤਜਰਬੇ ਦੇ ਤੌਰ ਦੇ ਉੱਤੇ ਕਹਾਣੀਆਂ ਦੇ ਰਾਹੀਂ ਗੁਰਮਤਿ ਦਾ ਸੁਨੇਹਾ ਦੇਣ ਦਾ ਇੱਕ ਅਟੈਂਪਟ ਕੀਤਾ ਗਿਆ ਹੈ। ਉਹ ਇਹ ਇੱਕ ਐਕਸਪੈਰੀਮੈਂਟ ਹੈ। ਆਮ ਤੌਰ ਤੇ ਦੇਖੋ ਜਦੋਂ ਵੀ ਅਸੀਂ ਕੋਈ ਗੁਰਮਤਿ ਵਿਖਿਆਨ ਸਰਵਨ ਕਰਦੇ ਹਾਂ, ਵਿਆਖਿਆ ਸ਼ਬਦ ਦੀ ਵੀ ਸੁਣਦੇ ਹਾਂ ਤਾਂ ਜਿਹੜੇ ਬੁਲਾਰੇ ਹੁੰਦੇ ਹਨ ਕਈ ਵਾਰੀ ਕਿਸੇ ਪੁਆਇੰਟ ਨੂੰ ਖੋਲ ਕੇ ਸਮਝਾਉਣ ਵਾਸਤੇ ਗੁਰ ਇਤਿਹਾਸ ਚੋਂ ਸਾਖੀਆਂ ਜਾਂ ਕੋਈ ਹੋਰ ਕਹਾਣੀਆਂ ਮਿਸਾਲ ਵਜੋਂ ਦਿੰਦੇ ਹਨ ਜਿਹਦੇ ਰਾਹੀਂ ਕੋਈ ਨੁਕਤਾ ਉਹ ਸਪਸ਼ਟ ਕਰਦੇ ਹਨ। ਤੇ ਮੇਰੇ ਆਪਣਾ ਤਜਰਬਾ ਵੀ ਤੇ ਜਿਨ੍ਹਾਂ ਹੋਰ ਲੋਕਾਂ ਦੇ ਨਾਲ ਕੁਝ ਗੱਲਬਾਤ ਕੀਤੀ ਹੈ ਉਹਨਾਂ ਤੋਂ ਵੀ ਇਹ ਗੱਲ ਸਮਝ ਚ ਆਉਂਦੀ ਹੈ ਕਿ ਜਿਹੜੇ ਨੁਕਤੇ ਕਹਾਣੀ ਦੀ ਮਿਸਾਲ ਦੇ ਕੇ ਸਪਸ਼ਟ ਕੀਤੇ ਜਾਂਦੇ ਹਨ ਉਹ ਲੰਮਾ ਚਿਰ ਸਾਡੀ ਯਾਦ ਸ਼ਕਤੀ ਦਾ ਹਿੱਸਾ ਬਣੇ ਰਹਿੰਦੇ ਹਨ। ਇਹ ਇੱਕ ਕੁਦਰਤੀ ਇਨਸਾਨੀ ਫਿਤਰਤ ਹੈ ਕਿ ਜਿਹੜੀ ਗੱਲ ਉਹਨੇ ਕਹਾਣੀ ਵਿੱਚ ਸੁਣੀ ਹੋਵੇ ਉਹ ਅਗਰ ਕਹਾਣੀ ਰੋਚਕ ਹੋਵੇ ਤਾਂ ਉਹ ਕਾਫੀ ਲੰਮਾ ਚਿਰ ਸਾਡੀ ਯਾਦ ਵਿੱਚ ਟਿਕੀ ਰਹਿੰਦੀ ਹੈ ਔਰ ਸਾਨੂੰ ਰੀਕਲੈਕਟ ਕਰਨ ਦੇ ਵਿੱਚ, ਦੁਬਾਰਾ ਯਾਦ ਕਰਨ ਵਿੱਚ ਆਸਾਨੀ ਰਹਿੰਦੀ ਹੈ। ਤੇ ਗੁਰਮਤਿ ਦੇ ਵਿਆਖਿਆ ਸਿਧਾਂਤਾਂ ਦੀ ਵਿਆਖਿਆ ਕਰਨ ਵਿੱਚ ਹਾਲਾਂਕਿ ਗੁਰਬਾਣੀ ਦੇ ਪ੍ਰਮਾਣ ਔਰ ਗੁਰ ਇਤਿਹਾਸ ਦਾ ਆਪਣਾ ਇੱਕ ਅਹਿਮ ਸਥਾਨ ਹੈ ਪਰ ਇਹ ਕਹਾਣੀਆਂ ਦਾ ਜੋ ਤਰੀਕਾ ਹੈ ਇਸ ਨੂੰ ਵੀ ਇਸੇ ਮਕਸਦ ਵਾਸਤੇ ਇਸਤੇਮਾਲ ਕਰਨ ਦਾ ਇੱਕ ਯਤਨ ਕੀਤਾ ਗਿਆ ਹੈ
तो ਇਹਦੇ ਵਿੱਚ ਆਪ ਸਭ ਜੀ ਦਾ ਫੀਡਬੈਕ ਵੀ ਜ਼ਰੂਰੀ ਚਾਹੀਦਾ ਹੋਏਗਾ ਕਿ ਵੀ ਇਹ ਯਤਨ ਕਿੱਥੋਂ ਤੱਕ ਕਾਮਯਾਬ ਹੈ, ਕਿ ਇਹ ਡਿਜ਼ਾਇਰੇਬਲ ਵੀ ਹੈ ਜਾਂ ਨਹੀਂ ਹੈ। ਇਹ ਅੱਜ ਦੀ ਪ੍ਰੈਜੈਂਟੇਸ਼ਨ ਦੇ ਬਾਅਦ ਵਿੱਚ ਇਹ ਆਪ ਜੀ ਦਾ ਫੀਡਬੈਕ ਅਸੀਂ ਐਕਸਪੈਕਟ ਕਰਾਂਗੇ। ਇੱਕ ਗੱਲ ਜਿਹੜੀ ਜ਼ੋਰ ਦੇ ਕੇ ਸਮਝਾਉਣ ਵਾਲੀ ਔਰ ਸਮਝਣ ਵਾਲੀ ਹੈ ਕਿ ਮਹੱਤਵ ਕਹਾਣੀ ਦਾ ਨਹੀਂ ਹੈ, ਉਸ ਸੁਨੇਹੇ ਦਾ ਹੈ ਜੋ ਉਸ ਕਹਾਣੀ ਦੇ ਰਾਹੀਂ ਸੁਨੇਹਾ ਸਾਡੇ ਤੱਕ ਪਹੁੰਚਾਇਆ ਜਾਂਦਾ ਹੈ। तो इस हुक्म दी खेड जो टाइटल चुनिया गया है, ਇਹਦੇ ਅਧੀਨ ਅਸੀਂ ਅੱਜ 4 ਛੋਟੀ-ਛੋਟੀ ਕਹਾਣੀਆਂ ਆਪ ਜੀ ਨਾਲ ਸਾਂਝੀਆਂ ਕਰਾਂਗੇ। ਉਹ ਚਾਰੋਂ ਹੀ ਕਹਾਣੀਆਂ ਹੁਕਮ ਦੇ ਵੱਖੋ ਵੱਖਰੇ ਨਜ਼ਾਰੇ ਸਾਡੇ ਸਾਹਮਣੇ ਪੇਸ਼ ਕਰਨਗੀਆਂ। ਅਲੱਗ-ਅਲੱਗ ਪੱਖਾਂ ਤੋਂ ਕਿਵੇਂ ਅਸੀਂ ਹੁਕਮ ਨੂੰ ਸਮਝਦੇ ਹਾਂ, ਕਿਵੇਂ ਅਸੀਂ ਹੁਕਮ ਨੂੰ ਮੰਨਦੇ ਹਾਂ ਜਾਂ ਨਹੀਂ ਮੰਨਦੇ, ਜਾਂ ਕਿੱਥੇ ਐਕਸੈਪਟ ਕਰਦੇ ਹਾਂ, ਕਿੱਥੇ ਨਹੀਂ ਐਕਸੈਪਟ ਕਰਦੇ। ਤੇ ਉਹ ਹੁਕਮ ਦੀ ਇੰਪੋਰਟੈਂਸ ਸਾਡੇ ਜੀਵਨ ਵਿੱਚ ਕੀ ਹੈ, ਇਹ ਇਹਨਾਂ ਕਹਾਣੀਆਂ ਤੋਂ ਜੋ ਵੀ ਅਸੀਂ ਮੈਸੇਜ ਗ੍ਰਹਿਣ ਕਰਾਂਗੇ, ਉਸ ਤੋਂ ਬਾਅਦ ਜੋ ਹੈ ਜਿਹੜਾ ਬਾਕੀ ਦਾ ਸਮਾਂ ਅਖੀਰ ਤੇ ਹੋਏਗਾ, ਉਹਦੇ ਵਿੱਚ ਆਪ ਜੀ ਵੱਲੋਂ ਆਪ ਦੀ ਰਿਸਪੌਂਸ ਔਰ ਫੀਡਬੈਕ ਜਿਹੜਾ ਹੈ ਉਹਦੀ ਆਸ ਰੱਖਦੇ ਹਾਂ। ਉਹ ਇਹ ਹੁਕਮ ਦੇ ਨਾਲ ਹੀ ਸੰਬੰਧਿਤ ਚਾਰੋਂ ਕਹਾਣੀਆਂ ਨੇ ਤੇ ਇਹਨਾਂ ਦੇ ਵਿੱਚੋਂ ਜੋ ਆਪ ਜੀ ਮੈਸੇਜ ਗ੍ਰਹਿਣ ਕਰੋਗੇ ਉਹਦੇ ਬਾਰੇ ਫਿਰ ਆਪ ਜੀ ਆਪਣੇ ਵਿਚਾਰ अंत ਵਿੱਚ ਦੇਣ ਦਾ ਯਤਨ ਕਰਨਾ ਜੀ। तो पहली कहानी है काली बिल्ली। तो किसी जंगल ਵਿੱਚ ਇੱਕ ਆਸ਼ਰਮ ਵਿੱਚ ਇੱਕ ਮਹਾਤਮਾ ਅਤੇ ਉਹਨਾਂ ਦੇ ਕੁਝ ਚੇਲੇ ਰਹਿੰਦੇ ਸਨ। ਉਸ ਆਸ਼ਰਮ ਵਿੱਚ ਹੀ ਇੱਕ ਕਾਲੀ ਬਿੱਲੀ ਵੀ ਰਹਿੰਦੀ ਸੀ। ਮਹਾਤਮਾ ਜੀ ਉਸ ਬਿੱਲੀ ਨਾਲ ਬਹੁਤ ਪਿਆਰ ਕਰਦੇ ਸਨ। ਉਚੇਚੇ ਤੌਰ ਤੇ ਉਸ ਲਈ ਦੁੱਧ ਅਤੇ ਹੋਰ ਖੁਰਾਕ ਦਾ ਇੰਤਜ਼ਾਮ ਕਰਦੇ। ਉਸ ਬਿੱਲੀ ਦਾ ਵੀ ਮਹਾਤਮਾ ਜੀ ਨਾਲ ਬਹੁਤ ਸਨੇਹ ਸੀ। ਮਹਾਤਮਾ ਜੀ ਦਾ ਰੋਜ਼ ਦਾ ਨੇਮ ਸੀ ਕੁਝ ਸਮਾਂ ਆਪਣੇ ਚੇਲਿਆਂ ਨੂੰ ਪ੍ਰਵਚਨ ਸੁਣਾਉਂਦੇ ਅਤੇ ਫਿਰ ਸਮਾਧੀ ਵਿੱਚ ਬੈਠ ਜਾਂਦੇ। ਜਿਸ ਵਕਤ ਮਹਾਤਮਾ ਜੀ ਪ੍ਰਵਚਨ ਸੁਣਾਉਂਦੇ, ਉਹ ਬਿੱਲੀ ਉਹਨਾਂ ਦੀ ਗੋਦ ਵਿੱਚ ਬੈਠੀ ਰਹਿੰਦੀ ਤੇ ਮਹਾਤਮਾ ਜੀ ਵੀ ਉਸ ਉੱਪਰ ਪਿਆਰ ਨਾਲ ਹੱਥ ਫੇਰਦੇ ਰਹਿੰਦੇ। ਪਰ ਸਮਾਧੀ ਵਿੱਚ ਬੈਠਣ ਲੱਗਿਆਂ ਉਹ ਆਪਣੇ ਕਿਸੇ ਚੇਲੇ ਨੂੰ ਉਸ ਬਿੱਲੀ ਨੂੰ ਆਪਣੇ ਆਸਣ ਦੇ ਸਾਹਮਣੇ ਹੀ ਇੱਕ ਖੰਭੇ ਦੇ ਨਾਲ ਬੰਨ੍ਹ ਦੇਣ ਲਈ ਆਖ ਦਿੰਦੇ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜੇ ਬਿੱਲੀ ਮੇਰੀ ਗੋਦ ਵਿੱਚ ਬੈਠੀ ਰਹੀ ਤੇ ਉਹ ਮੈਨੂੰ ਡਿਸਟਰਬ ਕਰੇਗੀ, ਪਰੇਸ਼ਾਨ ਕਰੇਗੀ, तो ਇਸ ਲਈ ਸਮਾਧੀ ਲਗਾਉਣ ਵਾਸਤੇ ਉਹ ਬਿੱਲੀ ਨੂੰ ਖੰਭੇ ਦੇ ਨਾਲ ਬੰਨ੍ਹ ਦੇਣ ਲਈ ਆਖ ਦਿੰਦੇ ਸਨ। ਜਦੋਂ ਸਮਾਧੀ ਦਾ ਸਮਾਂ ਸਮਾਪਤ ਹੁੰਦਾ ਤਾਂ ਉਸ ਬਿੱਲੀ ਨੂੰ ਖੰਭੇ ਨਾਲੋਂ ਖੋਲ ਕੇ ਫਿਰ ਆਪਣੇ ਕੋਲ ਬਿਠਾ ਲੈਂਦੇ। ਇਹੀ ਢੰਗ ਬਹੁਤ ਸਮਾਂ ਚੱਲਦਾ ਰਿਹਾ ਅਤੇ ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਹੀ ਇਸ ਨੇਮ ਤੋਂ ਵਾਕਿਫ ਸਨ। ਸਮਾਂ ਪਾ ਕੇ ਉਹ ਮਹਾਤਮਾ ਜੀ ਚੜ੍ਹਾਈ ਕਰ ਗਏ ਅਤੇ ਉਹਨਾਂ ਦੀ ਜਗ੍ਹਾ ਇੱਕ ਨਜ਼ਦੀਕੀ ਚੇਲੇ ਨੂੰ ਉਹਨਾਂ ਦੀ ਗੱਦੀ ਦੀ ਜ਼ਿੰਮੇਵਾਰੀ ਮਿਲ ਗਈ। ਪਰ ਉਹ ਕਾਲੀ ਬਿੱਲੀ ਬਹੁਤ ਉਦਾਸ ਰਹਿਣ ਲੱਗੀ ਅਤੇ ਸਾਰਾ ਸਮਾਂ ਕਿਸੇ ਨੁਕਰੇ ਪਈ ਰਹਿੰਦੀ। ਨਵੇਂ ਬਣੇ ਮਹਾਤਮਾ ਜੀ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗੁਜ਼ਰ ਗਏ ਮਹਾਤਮਾ ਜੀ ਦਾ ਸਾਰਾ ਨੇਮ ਕਾਇਮ ਰੱਖਿਆ ਜਾਏ। ਜਦੋਂ ਉਹ ਪ੍ਰਵਚਨ ਕਰਨ ਲੱਗਦੇ ਤਾਂ ਉਚੇਚੇ ਉਸ ਕਾਲੀ ਬਿੱਲੀ ਨੂੰ ਲਿਆ ਕੇ ਆਪਣੀ ਗੋਦ ਵਿੱਚ ਬਿਠਾਉਂਦੇ। ਪਰ ਉਸ ਬਿੱਲੀ ਦਾ ਨਵੇਂ ਬਣੇ ਮਹਾਤਮਾ ਜੀ ਨਾਲ ਬਿਲਕੁਲ ਵੀ ਲਗਾਵ ਨਹੀਂ ਸੀ। ਜਿਵੇਂ ਹੀ ਉਸ ਨੂੰ ਮੌਕਾ ਮਿਲਦਾ, ਉਹ ਨਵੇਂ ਮਹਾਤਮਾ ਜੀ ਦੀ ਗੋਦ ਵਿੱਚੋਂ ਨਿਕਲ ਕੇ ਦੂਰ ਜਾ ਕੇ ਬੈਠ ਜਾਂਦੀ। ਪਰ ਮਹਾਤਮਾ ਜੀ ਨੇ ਤਾਂ ਪੁਰਾਣੀ ਮਰਿਆਦਾ ਕਾਇਮ ਰੱਖਣੀ ਸੀ। ਰੋਜ਼ ਉਹ ਬਿੱਲੀ ਨੂੰ ਆਪਣੀ ਗੋਦ ਵਿੱਚ ਜ਼ਰੂਰ ਲੈ ਕੇ ਬੈਠਦੇ। ਇਤਨਾ ਹੀ ਨਹੀਂ, ਜਦੋਂ ਉਹਨਾਂ ਨੇ ਸਮਾਧੀ ਵਿੱਚ ਬੈਠਣਾ ਹੁੰਦਾ ਤਾਂ ਕਿਸੇ ਚੇਲੇ ਨੂੰ ਕਹਿ ਕੇ ਉਚੇਚਾ ਉਸ ਬਿੱਲੀ ਨੂੰ ਲੱਭ ਕੇ ਲਿਆਉਣ ਲਈ ਕਹਿੰਦੇ ਤੇ ਉਸ ਨੂੰ ਸਾਹਮਣੇ ਵਾਲੇ ਖੰਭੇ ਨਾਲ ਬੰਨ੍ਹਣ ਲਈ ਕਹਿੰਦੇ। ਥੋੜੇ ਹੀ ਦਿਨਾਂ ਬਾਅਦ ਉਹ ਬਿੱਲੀ ਮਰ ਗਈ ਤਾਂ ਨਵੇਂ ਮਹਾਤਮਾ ਜੀ ਨੇ ਆਪਣੇ ਚੇਲਿਆਂ ਨੂੰ ਹੁਕਮ ਕੀਤਾ ਕਿ ਇੱਕ ਨਵੀਂ ਕਾਲੀ ਬਿੱਲੀ ਲਿਆਂਦੀ ਜਾਏ। ਪੂਰੇ ਨੇਮ ਨਾਲ ਪ੍ਰਵਚਨ ਕਰਨ ਲੱਗਿਆਂ ਮਹਾਤਮਾ ਜੀ ਉਸ ਨਵੀਂ ਕਾਲੀ ਬਿੱਲੀ ਨੂੰ ਗੋਦ ਵਿੱਚ ਲੈ ਕੇ ਬੈਠਦੇ ਅਤੇ ਸਮਾਧੀ ਵੇਲੇ ਉਸ ਨੂੰ ਖੰਭੇ ਨਾਲ ਬੰਨ੍ਹਣ ਲਈ ਆਖਦੇ।
ਆਪਣੇ ਪ੍ਰਵਚਨ ਵਿੱਚ ਉਹ ਚੇਲਿਆਂ ਨੂੰ ਸਮਝਾਉਂਦੇ ਕਾਲੀ ਬਿੱਲੀ ਨੂੰ ਖੰਭੇ ਨਾਲ ਬੰਨ੍ਹ ਕੇ ਰੱਖਣ ਦੀ ਕਿਤਨੀ ਮਹੱਤਤਾ ਹੈ। ਇਸ ਤੋਂ ਬਿਨਾਂ ਧਿਆਨ ਸਫਲ ਨਹੀਂ ਹੋ ਸਕਦਾ। ਚੇਲੇ ਵੀ ਉਹਨਾਂ ਦੇ ਉਪਦੇਸ਼ ਨੂੰ ਸੱਚ-ਸੱਚ ਕਰਕੇ ਮੰਨ ਲੈਂਦੇ। ਐਸੀਆਂ ਕਾਲੀਆਂ ਬਿੱਲੀਆਂ ਸਾਰੇ ਅਖੌਤੀ ਧਾਰਮਿਕ ਲੋਕ ਪਾਲਦੇ ਹਨ। ਕਿ ਅਸੀਂ ਆਪਣੇ ਆਸ-ਪਾਸ ਦੀਆਂ ਇਹਨਾਂ ਬਿੱਲੀਆਂ ਨੂੰ ਪਛਾਣਦੇ ਹਾਂ? ਸਾਡੇ ਸਮਾਜ ਵਿੱਚ ਵੀ ਐਸੇ ਕਈ ਕਰਮ ਹਨ, ਸਾਡੇ ਧਾਰਮਿਕ ਲੋਕ ਕਈ ਐਸੇ ਕੰਮ ਕਰਦੇ ਹਨ ਜਿਹੜੀਆਂ ਇਹ ਕਾਲੀ ਬਿੱਲੀ ਨੂੰ ਖੰਭੇ ਤੇ ਬੰਨ੍ਹਣ ਵਰਗੀਆਂ ਕਿਰਿਆਵਾਂ ਹੁੰਦੀਆਂ ਹਨ। ਜਿਨ੍ਹਾਂ ਦੇ ਪਿੱਛੇ ਮਕਸਦ ਕੀ ਸੀ, ਕਿਵੇਂ ਉਹ ਸ਼ੁਰੂ ਹੋਈਆਂ ਤੇ ਕਿਵੇਂ ਅੱਜ ਅਸੀਂ ਉਹਨਾਂ ਨੂੰ ਕੰਟੀਨਿਊ ਕਰੀ ਆ ਰਹੇ ਹਾਂ ਮਰਿਆਦਾ ਦੇ ਨਾਮ ਦੇ ਉੱਤੇ। ਇਹ ਕੁਝ ਸਵਾਲ ਹਨ ਜਿਨ੍ਹਾਂ ਦੇ ਬਾਰੇ ਵਿਚਾਰ ਕਰਨੀ ਬਣਦੀ ਹੈ। ਸਾਡੇ ਆਲੇ ਦੁਆਲੇ ਐਸੀਆਂ ਕਿਤਨੀਆਂ ਹੀ ਇਹੋ ਜਿਹੀਆਂ ਘਟਨਾਵਾਂ ਹਨ। ਇਹਨਾਂ ਦੇ ਬਾਰੇ ਸੰਗਤ ਵਿੱਚੋਂ ਮੈਂ ਆਸ ਕਰਾਂਗਾ ਕਿ ਜੋ ਕੁਝ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਹੋ, ਜੋ ਕੁਝ ਤੁਸੀਂ ਆਪਣੇ ਜੀਵਨ ਦੇ ਵਿੱਚ ਤਜਰਬੇ ਦੇ ਰੂਪ ਵਿੱਚ ਦੇਖਿਆ ਹੈ, ਅਨੁਭਵ ਕੀਤਾ ਹੈ, ਉਹਦੇ ਬਾਰੇ ਆਪ ਜੀ ਆਪਣੇ ਵਿਚਾਰ ਜਿਹੜੇ ਹਨ ਉਹ ਜਾਂ ਚੈਟ ਦੇ ਵਿੱਚ ਲਿਖ ਕੇ ਤੇ ਜਾਂ ਇਸ ਪ੍ਰੈਜੈਂਟੇਸ਼ਨ ਦੇ ਖਤਮ ਹੋਣ ਤੋਂ ਬਾਅਦ ਆਪਣੇ ਵਿਚਾਰਾਂ ਨੂੰ ਸਾਂਝੇ ਕਰਨਾ ਜੀ। ਕਿ ਸਾਡੇ ਆਲੇ ਦੁਆਲੇ ਸਾਡੇ ਸਿੱਖੀ ਸਮਾਜ ਦੇ ਅੰਦਰ ਇਹੋ ਜਿਹੀਆਂ ਕਾਲੀਆਂ ਬਿੱਲੀਆਂ ਅਸੀਂ ਕਿਹੜੀਆਂ ਪਾਲ ਰੱਖੀਆਂ ਹਨ। ਪਰ ਜੋ ਗੱਲ ਸੋਚਣ ਵਾਲੀ ਹੈ, ਜੋ ਇਸ ਕਹਾਣੀ ਤੋਂ ਅਸੀਂ ਸੁਨੇਹਾ ਲੈ ਕੇ ਜਾਣਾ ਹੈ ਕਿ ਜੋ ਕੁਝ ਅਸੀਂ ਕਰ ਰਹੇ ਹੁੰਦੇ ਹਾਂ ਉਹਦੇ ਮਕਸਦ ਤੋਂ ਅਸੀਂ ਕੀ ਵਾਕਿਫ ਹਾਂ ਜਾਂ ਨਹੀਂ, ਜਾਂ ਜੋ ਬੰਦਾ ਸਾਨੂੰ ਮਰਿਆਦਾ ਦੇ ਨਾਮ ਦੇ ਉੱਤੇ ਕੋਈ ਸਿੱਖਿਆ ਦੇ ਰਿਹਾ ਹੈ, ਕੋਈ ਗਾਈਡੈਂਸ ਦੇ ਰਿਹਾ ਹੈ, ਕਿ ਉਸ ਨੂੰ ਸਿਰਫ ਅੱਖਾਂ ਬੰਦ ਕਰਕੇ ਐਵੇਂ ਹੀ ਮੰਨ ਲੈਣਾ ਚਾਹੀਦਾ ਹੈ ਕਿ ਜਾਂ ਉਹਦੇ ਜੋ ਤੱਤ ਦੀ ਗੱਲ ਹੈ ਉਹਦੇ ਅੰਦਰ ਉਹਨੂੰ ਪਛਾਣ ਕੇ ਤਾਂ ਚੀਜ਼ ਨੂੰ ਅਡਾਪਟ ਕਰਨਾ ਚਾਹੀਦਾ ਹੈ। ਤੇ ਜੇ ਸਮੇਂ ਦੇ ਨਾਲ ਕੁਝ ਉਹਦੇ ਸਿਧਾਂਤ ਦੇ ਅੰਦਰ ਜਿਸ ਮਕਸਦ ਕਰਕੇ ਕੋਈ ਮਰਿਆਦਾ ਕਦੀ ਵਰਤੀ ਜਾਂਦੀ ਸੀ ਜਾਂ ਕੀਤੀ ਜਾਂਦੀ ਸੀ, ਅਗਰ ਹਾਲਾਤਾਂ ਦੇ ਬਦਲਣ ਦੇ ਨਾਲ ਉਸ ਦੀ ਜ਼ਰੂਰਤ ਨਹੀਂ ਰਹਿ ਗਈ ਤਾਂ ਕੀ ਫਿਰ ਵੀ ਸਾਨੂੰ ਉਹ ਕਰਦੇ ਰਹਿਣਾ ਚਾਹੀਦਾ ਹੈ ਕਿ ਗੁਰਮਤਿ ਸਿਧਾਂਤਾਂ ਦੇ ਸਮਝਦਿਆਂ ਹੋਇਆਂ ਵੀ ਉਹਦੇ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ। ਤੋ ਅਸਲ ਜੋ ਸੁਨੇਹਾ ਹੈ ਉਹ ਇਹ ਹੈ ਕਿ ਜੇ ਗੁਰਬਾਣੀ ਦਾ ਸਿਧਾਂਤ ਜਾਂ ਗੁਰਬਾਣੀ ਦੀ ਸਿੱਖਿਆ ਕਿਸੇ ਗੱਲ ਦੀ ਇਜਾਜ਼ਤ ਦਿੰਦੀ ਹੈ ਔਰ ਜੋ ਅਸੀਂ ਕੰਮ ਕਰ ਰਹੇ ਹਾਂ ਉਹ ਉਸ ਦੇ ਅਨੁਕੂਲ ਹਨ ਤਾਂ ਉਹ ਕਰਨੇ ਬਣਦੇ ਹਨ। ਤੇ ਜੇ ਉਹ ਸਿਰਫ ਕਿਸੇ ਖਾਸ ਹਾਲਾਤਾਂ ਦੇ ਅੰਦਰ ਕੋਈ ਮਰਿਆਦਾ ਸ਼ੁਰੂ ਕੀਤੀ ਗਈ ਸੀ ਜਿਹਦੀ ਅੱਜ ਲੋੜ ਨਹੀਂ ਹੈ ਤਾਂ ਉਹ ਸਾਨੂੰ ਬਦਲਣ ਦੇ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਮੇਨ ਜੋ ਮੁੱਦਾ ਹੈ ਕਿ ਗੁਰਮਤਿ ਦਾ ਸਿਧਾਂਤ ਇਸ ਬਾਰੇ ਸਾਨੂੰ ਕੀ ਸੇਧ ਦਿੰਦਾ ਹੈ। ਤੋ ਇਸ ਦੇ ਫੈਸਲਾ ਕਰਨ ਵਾਸਤੇ ਜੋ ਗੁਰਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਜੋ ਸੇਧ ਦਿੰਦੀ ਹੈ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ ਅਕਲੀ ਕੀਚੈ ਦਾਨ। ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ। ਅਕਲ ਇਹ ਹੈ ਕਿ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਪੜ੍ਹੀਏ, ਇਸ ਦੇ ਡੂੰਘੇ ਭੇਤ ਸਮਝੀਏ ਤੇ ਸਿਧਾਂਤਾਂ ਨੂੰ ਸਮਝੀਏ ਤੇ ਹੋਰਨਾਂ ਨੂੰ ਸਮਝਾਈਏ, ਨਾ ਕਿ ਸਿਰਫ ਦੇਖਾ ਦੇਖੀ ਜੋ ਕੁਝ ਸਾਨੂੰ ਮਰਿਆਦਾ ਦੇ ਨਾਮ ਦੇ ਉੱਤੇ ਜਾਂ ਸਾਡੇ ਬਾਬੇ ਕਰਦੇ ਸੀਗੇ ਇਹ ਤਾਂ ਅਸੀਂ ਹਮੇਸ਼ਾ ਤੋਂ ਕਰਦੇ ਆਏ ਹਾਂ ਜਾਂ ਇਉਂ ਹੀ ਹੁੰਦਾ ਆਇਆ ਹੈ। ਇਹ ਅੰਧਾਧੁੰਦ ਕਿਸੇ ਚੀਜ਼ ਨੂੰ ਐਵੇਂ ਨਾ ਐਕਸੈਪਟ ਕਰ ਲਈਏ। ਜੇ ਗੁਰਬਾਣੀ ਦੀ ਸੇਧ ਵਿੱਚ ਕੋਈ ਚੀਜ਼ ਕਰਨ ਲਾਇਕ ਹੈ ਤੇ ਉਹਦੇ ਤੇ ਜ਼ਰੂਰ ਪਹਿਰਾ ਦਿੱਤਾ ਜਾਏ। ਜੇ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਕੋਈ ਚੀਜ਼ ਹੈ ਤਾਂ ਉਹਨੂੰ ਜ਼ਰੂਰ ਸਮਝ ਕੇ ਅਡਾਪਟ ਕੀਤਾ ਜਾਵੇ ਤੇ ਹੋਰਨਾਂ ਨੂੰ ਵੀ ਪ੍ਰੇਰਿਆ ਜਾਵੇ। ਨਹੀਂ ਤਾਂ
ਜਿਹੜੀ ਚੀਜ਼ ਸਿਧਾਂਤਾਂ ਦੇ ਅਨੁਕੂਲ ਨਾ ਹੋਵੇ ਤਾਂ ਉਸ ਨੂੰ ਛੱਡਣ ਵਿੱਚ ਵੀ ਝਿਜਕ ਨਹੀਂ ਹੋਣੀ ਚਾਹੀਦੀ। ਦੂਸਰੀ ਕਹਾਣੀ ਹੈ ਜਿਹਦਾ ਟਾਈਟਲ ਹੈ ਸੱਤ ਬਚਨ। ਕਿਸੇ ਜੰਗਲ ਵਿੱਚ ਇੱਕ ਆਸ਼ਰਮ ਵਿੱਚ ਇੱਕ ਮਹਾਤਮਾ ਅਤੇ ਉਹਨਾਂ ਦੇ ਕੁਝ ਚੇਲੇ ਰਹਿੰਦੇ ਸਨ। ਇੱਕ ਦਿਨ ਬੜੀ ਠੰਡ ਦਾ ਮੌਸਮ ਸੀ। ਮਹਾਤਮਾ ਜੀ ਨੇ ਆਪਣੇ ਇੱਕ ਨਵੇਂ ਬਣੇ ਚੇਲੇ ਨੂੰ ਆਖਿਆ, ਬੇਟਾ ਜੰਗਲ ਵਿੱਚੋਂ ਕੁਝ ਛੋਟੀਆਂ ਲੱਕੜਾਂ ਇਕੱਠੀਆਂ ਕਰਕੇ ਲੈ ਆਓ, ਅੱਗ ਬਾਲ ਕੇ ਠੰਡ ਤੋਂ ਬਚਣ ਦਾ ਇੰਤਜ਼ਾਮ ਹੋ ਜਾਏਗਾ। ਚੇਲੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਆਪ ਦਾ ਹੁਕਮ ਸਿਰ ਮੱਥੇ ਤੇ, ਪਰ ਜੇ ਮੈਂ ਜੰਗਲ ਵਿੱਚੋਂ ਲੱਕੜਾਂ ਲੈਣ ਜਾਵਾਂ ਤਾਂ ਉਤਨਾ ਸਮਾਂ ਆਪ ਪਾਸੋਂ ਦੂਰ ਰਹਿਣਾ ਪਵੇਗਾ। ਮੈਂ ਆਪ ਪਾਸੋਂ ਲੰਮੇ ਸਮੇਂ ਦਾ ਵਿਛੋੜਾ ਸਹਿ ਨਹੀਂ ਸਕਦਾ। ਇਸ ਲਈ ਆਪ ਇਹ ਸੇਵਾ ਕਿਸੇ ਹੋਰ ਸੇਵਕ ਨੂੰ ਸੌਂਪ ਦਿਓ ਜੀ। ਅਗਲੇ ਦਿਨ ਬਹੁਤ ਜ਼ੋਰ ਦੀ ਬਰਸਾਤ ਪੈਣ ਲੱਗ ਗਈ ਤੇ ਆਸ਼ਰਮ ਦੀ ਛੱਤ ਵਿੱਚੋਂ ਪਾਣੀ ਅੰਦਰ ਚੋਣ ਲੱਗ ਪਿਆ। ਮਹਾਤਮਾ ਜੀ ਨੇ ਉਸੇ ਚੇਲੇ ਨੂੰ ਬੁਲਾ ਕੇ ਆਖਿਆ, ਬੇਟਾ ਛੱਤ ਤੋਂ ਪਾਣੀ ਚੋ ਰਿਹਾ ਹੈ, ਉੱਪਰ ਚੜ੍ਹ ਕੇ ਪਾਣੀ ਰੋਕਣ ਦਾ ਕੁਝ ਇੰਤਜ਼ਾਮ ਕਰੋ। ਚੇਲੇ ਨੇ ਬੜੀ ਨਿਮਰਤਾ ਸਹਿਤ ਹੱਥ ਜੋੜ ਕੇ ਆਖਿਆ, ਆਪ ਦਾ ਹੁਕਮ ਮੰਨਣਾ ਮੇਰਾ ਧਰਮ ਹੈ, ਪਰ ਜੇ ਮੈਂ ਛੱਤ ਤੇ ਚੜ੍ਹਾਂ ਤਾਂ ਮੈਂ ਉੱਪਰ ਤੇ ਆਪ ਜੀ ਹੇਠਾਂ ਹੋਵੋਗੇ। ਇਹ ਤਾਂ ਆਪ ਦਾ ਨਿਰਾਦਰ ਕਰਨ ਵਾਲੀ ਗੱਲ ਹੋਵੇਗੀ। ਆਪ ਦਾ ਨਿਰਾਦਰ ਕਰਨਾ ਤਾਂ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਬਾਰਿਸ਼ ਖਤਮ ਹੋਈ ਤਾਂ ਕੋਈ ਸ਼ਰਧਾਲੂ ਮਹਾਤਮਾ ਜੀ ਨੂੰ ਖੀਰ ਭੇਟਾ ਕਰ ਗਿਆ। ਮਹਾਤਮਾ ਜੀ ਨੇ ਉਸੇ ਚੇਲੇ ਨੂੰ ਬੁਲਾ ਕੇ ਆਖਿਆ, ਬੇਟਾ ਕੋਈ ਸੱਜਣ ਖੀਰ ਦੇ ਗਿਆ ਹੈ, ਆਪੇ ਖਾ ਲਵੋ। ਚੇਲੇ ਨੇ ਬੜੀ ਫੁਰਤੀ ਨਾਲ ਖੀਰ ਦਾ ਭਾਂਡਾ ਚੁੱਕ ਲਿਆ ਤੇ ਬੋਲਿਆ, ਮਹਾਰਾਜ ਸਤ ਬਚਨ, ਮੈਂ ਅੱਗੇ ਹੀ ਆਪ ਦੇ ਦੋ ਹੁਕਮਾਂ ਦੀ ਪਾਲਣਾ ਵਿੱਚ ਕੁਤਾਹੀ ਕਰ ਬੈਠਾ ਹਾਂ। ਇਸ ਵਾਰੀ ਮੈਂ ਕੋਈ ਹੀਲ ਉੱਜਤ ਨਹੀਂ ਕਰਨੀ। ਜਿਹੜੇ ਅਸੀਂ ਵੀ ਗੁਰੂ ਦੇ ਹੁਕਮ ਮੰਨਣ ਵੇਲੇ ਇਸੇ ਤਰ੍ਹਾਂ ਹੀ ਚੁਣ ਕੇ ਸਤ ਬਚਨ ਤਾਂ ਨਹੀਂ ਕਰਦੇ। ਇਹ ਅੰਦਰ ਝਾਤ ਮਾਰਨ ਦੀ ਲੋੜ ਹੈ ਸਾਨੂੰ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਬਚਨ ਗੁਰੂ ਦੇ ਸਾਨੂੰ ਮੰਨਣ ਵਿੱਚ ਲੱਗਦਾ ਹੈ ਕਿ ਕੋਈ ਥੋੜੇ ਜਿਹੇ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ, ਕੋਈ ਪਈਆਂ ਹੋਈਆਂ ਆਦਤਾਂ ਨੂੰ ਛੱਡਣ ਦੀ ਲੋੜ ਪਵੇਗੀ, ਕੋਈ ਜ਼ਿੰਦਗੀ ਦੇ ਆਰਾਮ ਦੇ ਸਾਧਨ ਤਿਆਗਣ ਦੀ ਲੋੜ ਪਵੇਗੀ, ਤੇ ਅਸੀਂ ਕੋਈ ਨਾ ਕੋਈ ਹੁਜਤ ਘੜ ਕੇ, ਕੋਈ ਨਾ ਕੋਈ ਲੌਜਿਕ ਘੜ ਕੇ ਅਸੀਂ ਉਸ ਤੋਂ ਬਚਣ ਦੀ ਕੋਸ਼ਿਸ਼ ਤਾਂ ਨਹੀਂ ਕਰਦੇ। ਤੇ ਜਦੋਂ ਸਾਨੂੰ ਲੱਗੇ ਵੀ ਜਿਹੜਾ ਗੁਰੂ ਦਾ ਕੋਈ ਐਸਾ ਬਚਨ ਹੈ ਜਿਹਦੇ ਵਿੱਚ ਆਪਣਾ ਵੀ ਭਲਾ ਹੈ, ਕੋਈ ਤਕਲੀਫ ਵੀ ਨਹੀਂ ਹੈ, ਕੋਈ ਨਾ ਕੋਈ ਪ੍ਰਾਪਤੀ ਹੋਣੀ ਹੈ, ਤਾਂ ਅਸੀਂ ਫਟ ਕਹਿੰਦੇ ਹਾਂ ਜੀ ਜਿਵੇਂ ਗੁਰੂ ਦਾ ਹੁਕਮ ਵਾਸਤੇ ਸਤ ਬਚਨ, ਗੁਰੂ ਦੇ ਹੁਕਮ ਅਨੁਸਾਰ ਹੀ ਚੱਲਦੇ। ਇਹ ਸਭ ਦੀ ਜਾਂਚ, ਇਹ ਸਭ ਦੀ ਪਰਖ ਅਸੀਂ ਆਪੋ ਆਪਣੇ ਅੰਦਰ ਝਾਤ ਮਾਰ ਕੇ ਆਪ ਹੀ ਕਰਨੀ ਹੈ ਤੇ ਨਾਲ ਹੀ ਗੁਰੂ ਦੇ ਇਹਨਾਂ ਬਚਨਾਂ ਵੱਲ ਥੋੜਾ ਧਿਆਨ ਦੇਣਾ ਹੈ। ਸਲਾਮ ਜਵਾਬ ਦੋਵੇਂ ਕਰੇ, ਮੁੰਡੂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨ ਕਾਈ ਪਾਰ। ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ ਸਿਰ ਨਿਵਾਉਂਦਾ ਹੈ ਤੇ ਕਦੇ ਉਸਦੇ ਕੀਤੇ ਉੱਤੇ ਇਤਰਾਜ਼ ਕਰਦਾ ਹੈ, ਉਹ ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਇਹ ਨਾਨਕ, ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ ਦੋਵੇਂ ਹੀ ਝੂਠੇ ਹਨ। ਅਸਲ ਵਿੱਚ ਉਹ ਬੇਈਮਾਨੀ ਕਰ ਰਿਹਾ ਹੈ। ਇਹਨਾਂ ਦੋਨਾਂ ਵਿੱਚੋਂ ਕੋਈ ਗੱਲ ਵੀ ਮਾਲਕ ਦੇ ਦਰ ਤੇ ਕਬੂਲ ਨਹੀਂ ਹੁੰਦੀ। ਤੋ ਇਸ ਗੱਲ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਸਾਡੀ ਨੀਅਤ ਕੀ ਹੈ। ਅਸੀਂ ਦੁਨੀਆ ਦੇ ਲੋਕਾਂ ਨੂੰ ਧੋਖਾ ਦੇ ਸਕਦੇ ਹਾਂ, ਗੱਲਾਂ ਦੇ ਨਾਲ ਭਰਮਾ ਸਕਦੇ ਹਾਂ ਕਿ ਮੈਂ ਤਾਂ ਦੇਖੋ ਜੀ ਗੁਰੂ ਦੇ ਹੁਕਮ ਵੀ ਮੰਨਦਾ ਹਾਂ, ਗੁਰੂ ਦੇ ਹੁਕਮ ਦੇ ਅਨੁਸਾਰ ਚੱਲਦਾ ਹਾਂ, ਪਰ ਇਹ ਵਜ੍ਹਾ ਹੈ ਜਿਸ ਕਰਕੇ ਮੈਂ ਇਹ ਕੰਮ ਨਹੀਂ ਕਰਦਾ, ਜਾਂ ਇਹ ਕੰਮ ਕਰਦਾ ਹਾਂ ਛੱਡ ਨਹੀਂ ਸਕਦਾ,
ਤੇ ਕੋਈ ਨਾ ਕੋਈ ਲੌਜਿਕ ਘੜਨ ਦੇ ਅਸੀਂ ਹਮੇਸ਼ਾ ਮਾਹਿਰ ਹੁੰਦੇ ਹੀ ਹਾਂ। ਕੋਈ ਨਾ ਕੋਈ ਅਸੀਂ ਤਰੀਕਾ ਲੱਭ ਲੈਂਦੇ ਹਾਂ ਆਪਣੀ ਗੱਲ ਨੂੰ ਜਸਟੀਫਾਈ ਕਰਨ ਦਾ। ਪਰ ਇਹ ਗੱਲ ਦੁਨੀਆਦਾਰੀ ਤੱਕ ਤੇ ਸ਼ਾਇਦ ਚੱਲ ਜਾਂਦੀ ਹੈ, ਪਰ ਹੋ ਸਕਦਾ ਹੈ ਕਿਧਰੇ ਕਾਮਯਾਬੀ ਵੀ ਮਿਲ ਜਾਂਦੀ ਹੋਵੇ। ਪਰ ਪਰਮਾਤਮਾ ਦੇ ਦਰਬਾਰ ਦੇ ਅੰਦਰ ਇਹ ਚਲਾਕੀਆਂ, ਇਹ ਹੁਜਤਾਂ ਜਿਹੜੀਆਂ ਹਨ ਉਹ ਕਦੀ ਕੰਮ ਨਹੀਂ ਆਉਂਦੀਆਂ, ਕਿਉਂਕਿ ਪ੍ਰਭੂ ਤਾਂ ਅੰਤਰਜਾਮੀ ਹੈ, ਸਾਡੇ ਅੰਦਰ ਦੀ ਜਾਣਨ ਵਾਲਾ ਹੈ। ਤੋ ਇਸ ਕਰਕੇ ਉਹਦੇ ਦਰਬਾਰ ਦੇ ਵਿੱਚ ਇਹ ਸਾਡੀਆਂ ਹੁਜਤਾਂ ਵੀ ਤੇ ਸਾਡੇ ਜਸਟੀਫਿਕੇਸ਼ਨ ਕਿ ਅਸੀਂ ਕਿਹੜਾ ਕੰਮ ਕਰਦੇ ਹਾਂ ਤੇ ਕਿਹੜਾ ਨਹੀਂ ਕਰਦੇ, ਇਹ ਦੋਵੇਂ ਹੀ ਕੂੜੀਆਂ ਹੋ ਜਾਂਦੀਆਂ ਹਨ। ਤੇ ਫਿਰ ਮਾਲਕ ਦੇ ਦਰ ਤੇ ਸਾਡੀ ਥਾਂ ਜਿਹੜੀ ਹੈ ਨਾ ਸਾਨੂੰ ਕਦੀ ਨਸੀਬ ਨਹੀਂ ਹੁੰਦੀ। ਇਸ ਲਈ ਸਾਡਾ ਹੁਕਮ ਮੰਨਿਆ ਹੋਇਆ ਵੀ ਤੇ ਹੁਕਮ ਦੇ ਇਤਰਾਜ਼ ਕਰਕੇ ਤੇ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੋਇਆ ਹੀ, ਦੋਵੇਂ ਹੀ ਝੂਠੇ ਮੰਨੇ ਜਾਂਦੇ ਹਨ। ਅਗਲੀ ਕਹਾਣੀ ਹੈ, ਕੋਈ ਇਸ ਨੂੰ ਦੋ ਚਪੇੜਾਂ ਮਾਰੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਦੀ ਇੱਕ ਘਟਨਾ ਦਾ ਜ਼ਿਕਰ ਮਿਲਦਾ ਹੈ। ਗੁਰੂ ਪਾਤਸ਼ਾਹ ਦਰਬਾਰ ਵੱਲ ਜਾਂਦਿਆਂ ਜਿਸ ਰਸਤੇ ਤੋਂ ਲੰਘ ਰਹੇ ਸਨ, ਉੱਥੇ ਇੱਕ ਨੌਜਵਾਨ ਗੁਰਸਿੱਖ ਮਿਸਤਰੀ ਕਿਸੇ ਮਕਾਨ ਦੀ ਦੀਵਾਰ ਤੇ ਮੁਰੰਮਤ ਦਾ ਕੰਮ ਕਰ ਰਿਹਾ ਸੀ। ਦੀਵਾਰ ਤੇ ਮਿੱਟੀ ਦਾ ਲੇਪ ਲਗਾਉਂਦਿਆਂ ਉਸ ਪਾਸੋਂ ਕੁਝ ਮਿੱਟੀ ਦੀਆਂ ਛਿੱਟਾਂ ਗੁਰੂ ਸਾਹਿਬ ਦੇ ਵਸਤਰਾਂ ਉੱਪਰ ਪੈ ਗਈਆਂ। ਗੁਰੂ ਪਾਤਸ਼ਾਹ ਨੇ ਆਪਣੇ ਨਾਲ ਆ ਰਹੇ ਗੁਰਸਿੱਖਾਂ ਨੂੰ ਕਿਹਾ ਕਿ ਇਸ ਨੌਜਵਾਨ ਸਿੱਖ ਨੂੰ ਦਰਬਾਰ ਵਿੱਚ ਲਿਆ ਕੇ ਪੇਸ਼ ਕਰੋ, ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸਿੱਖ ਨੂੰ ਜਦੋਂ ਗੁਰੂ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਇਸਨੇ ਸਾਡੇ ਬਸਤਰ ਗੰਦੇ ਕੀਤੇ ਹਨ ਤੇ ਇਸ ਦੀ ਸਜ਼ਾ ਵਜੋਂ ਕੋਈ ਗੁਰਸਿੱਖ ਇਸ ਨੂੰ ਦੋ ਚਪੇੜਾਂ ਮਾਰੇ। ਇਤਨੀ ਗੱਲ ਸੁਣਦਿਆਂ ਹੀ ਇੱਕ ਤੋਂ ਬਾਅਦ ਇੱਕ 8-10 ਗੁਰਸਿੱਖਾਂ ਨੇ ਉਸ ਮਿਸਤਰੀ ਸਿੱਖ ਨੂੰ ਦੋ ਚਪੇੜਾਂ ਮਾਰ ਦਿੱਤੀਆਂ। ਗੁਰੂ ਮਹਾਰਾਜ ਨੇ ਕਿਹਾ ਕਿ ਅਸੀਂ ਤਾਂ ਇਸ ਨੂੰ ਕੇਵਲ ਦੋ ਚਪੇੜਾਂ ਮਾਰਨ ਲਈ ਆਖਿਆ ਸੀ, ਇਤਨੀਆਂ ਜ਼ਿਆਦਾ ਚਪੇੜਾਂ ਕਿਉਂ ਮਾਰ ਦਿੱਤੀਆਂ ਹਨ? ਗੁਰਸਿੱਖਾਂ ਨੇ ਕਿਹਾ, ਮਹਾਰਾਜ ਆਪ ਦਾ ਹੁਕਮ ਸੀ, ਅਸੀਂ ਸਾਰਿਆਂ ਨੇ ਆਪ ਦਾ ਵਚਨ ਪੂਰਾ ਕਰਨ ਲਈ ਇਸ ਨੂੰ ਮਾਰਿਆ ਹੈ। ਗੁਰੂ ਮਹਾਰਾਜ ਨੇ ਕਿਹਾ ਕਿ ਇਸ ਨਾਲ ਵਧੀਕੀ ਹੋ ਗਈ ਹੈ। ਇਹ ਨੌਜਵਾਨ ਆਪਣੀ ਗਲਤੀ ਮਹਿਸੂਸ ਕਰ ਰਿਹਾ ਹੈ, ਇਸ ਲਈ ਹੁਣ ਸਾਡਾ ਹੁਕਮ ਹੈ ਕਿ ਚਪੇੜਾ ਮਾਰਨ ਵਾਲਿਆਂ ਵਿੱਚੋਂ ਕੋਈ ਗੁਰਸਿੱਖ ਇਸ ਨੌਜਵਾਨ ਨਾਲ ਸ਼ਾਦੀ ਕਰਨ ਲਈ ਆਪਣੀ ਕੰਨਿਆ ਦਾ ਸਾਕ ਇਸ ਨਾਲ ਕਰ ਦੇਵੇ। ਹੁਣ ਚਪੇੜਾ ਮਾਰਨ ਵਾਲੇ ਸਾਰੇ ਸਿਰ ਨੀਵਾਂ ਕਰਕੇ ਬੈਠ ਗਏ ਤੇ ਚੁੱਪ ਵਰਤ ਗਈ। ਗੁਰੂ ਮਹਾਰਾਜ ਨੇ ਕਿਹਾ ਕਿ ਹੁਣ ਸਾਡਾ ਵਚਨ ਪੂਰਾ ਕਰਨ ਵਾਲੇ ਕਿੱਥੇ ਹਨ? ਆਖਰ ਇੱਕ ਗੁਰਸਿੱਖ ਨੇ ਦੇਰੀ ਲਈ ਖਿਮਾ ਮੰਗਦਿਆਂ ਗੁਰੂ ਮਹਾਰਾਜ ਦੇ ਅੱਗੇ ਆਪਣੀ ਬੇਟੀ ਦਾ ਰਿਸ਼ਤਾ ਉਸ ਨੌਜਵਾਨ ਸਿੱਖ ਨਾਲ ਕਰ ਦੇਣ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਸ ਗੁਰਸਿੱਖ ਨੂੰ ਅਸੀਸ ਬਖਸ਼ਿਸ਼ ਕਰਦਿਆਂ ਫਰਮਾਇਆ ਕਿ ਹੁਕਮ ਮੰਨਣ ਵਿੱਚ ਆਪਣੀ ਸਿਆਣਪ ਅਤੇ ਚਤੁਰਾਈ ਵਰਤਣ ਵਾਲਾ ਕਦੇ ਪ੍ਰਵਾਨ ਨਹੀਂ ਹੁੰਦਾ। ਇਹ ਗੱਲ ਸਾਨੂੰ ਵੀ ਇਹ ਸੋਚਣ ਤੇ ਮਜਬੂਰ ਕਰਦੀ ਹੈ ਕਿ ਕੀ ਅਸੀਂ ਵੀ ਸਿਲੈਕਟਿਵਲੀ ਐਸੇ ਹੁਕਮ ਤਾਂ ਨਹੀਂ ਮੰਨਦੇ ਕਿ ਲੋਕਾਂ ਦੇ ਸਾਹਮਣੇ ਤੇ ਗੁਰੂ ਸਾਹਿਬ ਦੇ ਸਾਹਮਣੇ ਵੀ ਆਪਣੀ ਸਿਆਣਪ ਸਿੱਧ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰਦੇ। ਜਿਹੜੀ ਗੱਲ ਸਾਨੂੰ ਵਾਰਾ ਖਾਂਦੀ ਹੋਵੇ, ਜਿਹੜੀ ਗੱਲ ਕਰਨ ਦੇ ਵਿੱਚ ਸਾਨੂੰ ਕੋਈ ਖੇਚਲ ਨਾ ਹੁੰਦੀ ਹੋਵੇ, ਕੋਈ ਆਪਣੇ ਆਦਤ ਨੂੰ ਬਦਲਣਾ ਨਾ ਪੈਂਦਾ ਹੋਵੇ, ਤਾਂ ਅਸੀਂ ਉੱਥੇ ਰੈਫਰੈਂਸ ਦੇ ਦਿੰਦੇ ਹਾਂ, ਫਟਾਫਟ ਜਸਟੀਫਿਕੇਸ਼ਨ ਦੇ ਦਿੰਦੇ ਹਾਂ ਇਹ ਤਾਂ ਗੁਰੂ ਸਾਹਿਬ ਦਾ ਹੁਕਮ ਹੈ, ਇਹ ਤਾਂ ਅਸੀਂ ਇੰਜ ਹੀ ਕਰਦੇ ਹਾਂ। ਤੇ ਜਿੱਥੇ ਗੁਰੂ ਸਾਹਿਬ ਦੇ ਹੁਕਮ ਮੰਨਣ ਵਿੱਚ ਸਾਨੂੰ ਕੋਈ ਸਮਾਜਿਕ ਤੌਰ ਦੇ ਉੱਤੇ ਜਾਂ ਪਰਿਵਾਰਕ ਤੌਰ ਦੇ ਉੱਤੇ ਕੋਈ ਥੋੜੀ ਜਿਹੀ ਤਕਲੀਫ ਹੁੰਦੀ ਹੋਵੇ, ਕੁਝ ਆਪਣੇ ਸੁਭਾਅ ਨੂੰ ਬਦਲਣ ਦੀ ਲੋੜ ਪੈਂਦੀ ਹੋਵੇ, ਕੁਝ ਆਦਤਾਂ ਮਾੜੀਆਂ ਛੱਡਣੀਆਂ ਪੈਂਦੀਆਂ ਹੋਣ, ਉੱਥੇ ਫਿਰ ਅਸੀਂ ਸਿਰ ਨੀਵਾਂ ਪਾ ਲੈਂਦੇ ਹਾਂ ਜਾਂ ਅਵੋਇਡ ਕਰਦੇ ਹਾਂ ਜਾਂ ਚੁੱਪ ਕਰ ਜਾਂਦੇ ਹਾਂ। ਉਹ ਐਸੀ ਸਿਆਣਪ ਜਿਹੜੀ ਹੈ ਉਹ ਲੋਕਾਂ ਨੂੰ ਭਰਮਾ ਸਕਦੀ ਹੈ। ਸ਼ਾਇਦ ਸਾਨੂੰ ਅਸੀਂ ਆਪਣੇ ਆਪ ਨੂੰ ਵੀ ਭਰਮਾ ਲੈਂਦੇ ਹਾਂ, ਆਪਣੇ ਆਪ ਨੂੰ ਵਿੱਚ ਵੀ ਅਸੀਂ ਜਸਟੀਫਾਈ ਕਰ ਲੈਂਦੇ ਹਾਂ ਕਿ ਅਸੀਂ ਤਾਂ ਗੁਰੂ ਦੇ ਹੁਕਮ ਦੇ ਅਨੁਸਾਰ ਹੀ ਚੱਲਦੇ ਹਾਂ। ਪਰ ਕੀ ਐਸੀ ਸਿਆਣਪ ਚਤੁਰਾਈ ਕੰਮ ਆਉਂਦੀ ਹੈ? ਗੁਰਬਾਣੀ ਕੀ ਕਹਿੰਦੀ ਹੈ ਇਸ ਬਾਰੇ? ਚਾਕਰੀਆਂ ਚੰਗਿਆਈਆਂ
ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬਦਾ ਛੂਟੈ ਜਿਤ ਬਦਾ ਛੂਟੈ ਜਿਤ। हे नानक, दुनिया ਦੇ ਲੋਕਾਂ ਦੀਆਂ ਖੁਸ਼ਾਮਦਾਂ, ਲੋਕ ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ। ਮਾਇਆ ਦੇ ਮੋਹ ਵਿੱਚ ਬੱਝਾ ਹੋਇਆ ਤੂੰ ਇਸ ਨਾਮ ਸਿਮਰਨ ਦੀ ਰਾਹੀਂ ਹੀ ਮੋਹ ਦੇ ਬੰਧਨਾਂ ਤੋਂ ਖਲਾਸੀ ਪਾ ਸਕੇਗਾ। ਜੇ ਜ਼ਿੰਦਗੀ ਦੇ ਵਿੱਚ ਕੋਈ ਆਤਮਿਕ ਤਰੱਕੀ ਚਾਹੁੰਦੇ ਹਾਂ ਤਾਂ ਖੁਸ਼ਾਮਦਾਂ ਸਿਰਫ ਉਹ ਗੱਲਾਂ ਕਰਨੀਆਂ ਜਿਹੜੀਆਂ ਪ੍ਰਚਲਿਤ ਤੌਰ ਦੇ ਉੱਤੇ ਧਾਰਮਿਕ ਕਰਮ ਮੰਨੇ ਜਾਂਦੇ ਹਨ। ਜਦੋਂ ਲੋਕਾਂ ਦਾ ਵੱਡਾ ਇਕੱਠਾ ਹੋਇਆ ਹੋਵੇ, ਗੁਰਦੁਆਰੇ ਜਾ ਕੇ ਕੋਈ ਦਸਵੰਧ ਦੇ ਵਿੱਚੋਂ ਥੋੜੀ ਜਿਹੀ ਮਾਇਆ ਗੁਰਦੁਆਰੇ ਨੂੰ ਭੇਟਾ ਕਰਕੇ ਤੇ ਉਹਨੂੰ ਆਪਣਾ ਦਾਨ ਸਮਝਣਾ, ਆਪਣੇ ਦਿੱਤੇ ਹੋਏ ਦਾਨ ਦੀਆਂ ਦੀਵਾਰਾਂ ਦੇ ਉੱਤੇ ਇਬਾਰਤਾਂ ਲਿਖਵਾ ਕੇ ਆਪਣੀ ਮਸ਼ਹੂਰੀ ਕਰਨ ਦੀ ਕੋਸ਼ਿਸ਼ ਕਰਨੀ, ਜਾਂ ਹੋਰ ਐਸੇ ਕੰਮ ਕਰਨੇ ਜਿਹਦੇ ਤੋਂ ਲੋਕਾਂ ਦੀ ਵਾਹਵਾ ਮਿਲਣ ਦੀ ਆਸ ਹੋਵੇ। ਜਿਵੇਂ ਆਸਾ ਕੀ ਵਾਰ ਦੇ ਅੰਦਰ ਵੀ ਆਂਦਾ ਹੈ ਕਿ ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸ਼ੋਭ ਕਰੇ ਸੰਸਾਰ। ਆਮ ਤੌਰ ਤੇ ਅਸੀਂ ਐਸੇ ਧਾਰਮਿਕ ਕਰਮ ਕਰਕੇ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹਾਂ ਕਿ ਅਸੀਂ ਆਪਣਾ ਲੋਕ ਵੀ ਸਵਾਰ ਲਿਆ ਤੇ ਪਰਲੋਕ ਵੀ ਸਵਾਰ ਲਿਆ। ਲੋਕ ਦੇ ਵਿੱਚ ਲੋਕਾਂ ਦੀ ਵਾਹਵਾ ਖੱਟ ਲਈ, ਪਰਲੋਕ ਵਿੱਚ ਤਾਂ ਅਸੀਂ ਥਾਂ ਆਪਣੀ ਬਣਾ ਹੀ ਲਈ ਕਿਉਂਕਿ ਅਸੀਂ ਧਾਰਮਿਕ ਤੌਰ ਦੇ ਉੱਤੇ ਭਲਾਈ ਦਾ ਕੰਮ ਕੀਤਾ ਹੈ। ਇਹ ਸਿਰਫ ਇੱਕ ਮਨ ਨੂੰ ਤਸੱਲੀ ਦੇਣ ਵਾਸਤੇ ਇੱਕ ਆਪਣੇ ਆਪ ਨੂੰ ਭੁਲੇਖੇ 'ਚ ਪਾਉਣ ਵਾਲੀ ਗੱਲ ਹੁੰਦੀ ਹੈ, ਕਿਉਂਕਿ ਇਹ ਲੋਕ ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆਉਂਦੀਆਂ। ਜਿਵੇਂ ਅਗਲੀ ਗੱਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਪਰਮਾਤਮਾ ਸਾਡੇ ਅੰਦਰ ਦੀ ਅਸਲੀਅਤ ਨੂੰ ਜਾਣਨ ਵਾਲਾ ਹੈ, ਸਭ ਕੁਝ ਜਾਣਦਾ ਹੈ। ਇਹ ਚੀਜ਼ਾਂ ਉੱਥੇ ਕਿਸੇ ਕੰਮ ਨਹੀਂ ਆਉਂਦੀਆਂ। ਜਿਹੜੀ ਚੀਜ਼ ਨੇ ਕੰਮ ਆਉਣਾ ਹੈ ਉਹ ਕੇਵਲ ਇੱਕੋ ਇੱਕ ਹੈ ਕਿ ਅਸੀਂ ਪ੍ਰਭੂ ਦੇ ਨਾਮ ਦੇ ਨਾਲ ਹੀ ਸਹੀ ਮਾਇਨਿਆਂ ਵਿੱਚ ਦਿਲੋਂ ਮਨੋਂ ਮਨ ਬਚਨ ਤੇ ਕਰਮ ਕਰਕੇ ਕਿ ਸਾਡੀ ਪ੍ਰੀਤ ਪ੍ਰਭੂ ਦੇ ਨਾਮ ਦੇ ਨਾਲ ਹੈ, ਕਿ ਸਾਡੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਹੈ। ਜੇ ਹੈ ਤਾਂ ਬੱਧਾ ਛੁੱਟੇ ਜਿੱਤ ਵਾਲੀ ਗੱਲ ਹੋ ਜਾਏਗੀ, ਤੇ ਜੇ ਨਹੀਂ ਹੈ ਤਾਂ ਫਿਰ ਇਹ ਖੁਸ਼ਾਮਦਾਂ, ਇਹ ਚਲਾਕੀਆਂ ਕਿਸੇ ਕੰਮ ਨਹੀਂ ਆਉਂਦੀਆਂ। ਚੌਥੀ ਔਰ ਆਖਰੀ ਕਹਾਣੀ ਹੈ ਜਿਹਦਾ ਸਿਰਲੇਖ ਹੈ ਕੋਈ ਵੇਖੇ ਨਾ। ਕਿਸੇ ਜੰਗਲ ਵਿੱਚ ਇੱਕ ਆਸ਼ਰਮ ਵਿੱਚ ਇੱਕ ਮਹਾਤਮਾ ਅਤੇ ਉਹਨਾਂ ਦੇ ਕੁਝ ਚੇਲੇ ਰਹਿੰਦੇ ਸਨ। ਇੱਕ ਦਿਨ ਮਹਾਤਮਾ ਜੀ ਨੇ ਆਪਣੇ ਇੱਕ ਚੇਲੇ ਨੂੰ ਬੁਲਾ ਕੇ ਆਖਿਆ, ਬੇਟਾ ਅੱਜ ਮੇਰਾ ਮੁਰਗੇ ਦਾ ਮਾंस ਖਾਣ ਤੇ ਦਿਲ ਕਰ ਰਿਹਾ ਹੈ। ਤੁਸੀਂ ਇੱਕ ਕੰਮ ਕਰੋ ਕਿ ਆਪਣੇ ਆਸ਼ਰਮ ਦੇ ਨਾਲ ਲੱਗਦੇ ਮੁਰਗੀ ਖਾਨੇ ਤੋਂ ਇੱਕ ਮੁਰਗਾ ਲੈ ਕੇ ਜੰਗਲ ਵਿੱਚ ਲੈ ਜਾਓ ਤੇ ਉਸ ਨੂੰ ਹਲਾਲ ਕਰਕੇ ਅਤੇ ਪਕਾ ਕੇ ਲੈ ਆਓ। ਪਰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਕਿ ਮੁਰਗੇ ਨੂੰ ਹਲਾਲ ਕਰਨ ਵੇਲੇ ਕੋਈ ਵੇਖੇ ਨਾ। ਚੇਲੇ ਨੇ ਹੱਥ ਜੋੜ ਕੇ ਆਖਿਆ, ਜਿਵੇਂ ਆਪ ਦਾ ਹੁਕਮ, ਮੈਂ ਛੇਤੀ ਤੋਂ ਛੇਤੀ ਇਹ ਕੰਮ ਕਰਕੇ ਆਉਂਦਾ ਹਾਂ। ਅਤੇ ਕੁਝ ਹੀ ਸਮੇਂ ਬਾਅਦ ਉਹ ਇੱਕ ਕੱਪੜੇ ਨਾਲ ਕੱਜਿਆ ਹੋਇਆ ਭਾਂਡਾ ਲੈ ਕੇ ਮਹਾਤਮਾ ਜੀ ਕੋਲ ਪਹੁੰਚ ਗਿਆ। ਮਹਾਤਮਾ ਜੀ ਨੇ ਪੁੱਛਿਆ, ਬੇਟਾ ਇਹ ਕੰਮ ਕਰਦਿਆਂ ਤੁਹਾਨੂੰ ਕਿਸੇ ਵੇਖਿਆ ਤੇ ਨਹੀਂ? ਚੇਲੇ ਨੇ ਬੜੀ ਦ੍ਰਿੜਤਾ ਨਾਲ ਆਖਿਆ, ਨਹੀਂ ਜੀ, ਮੈਂ ਆਪ ਦੇ ਹੁਕਮ ਅਨੁਸਾਰ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਹੈ ਅਤੇ ਮੈਂ ਯਕੀਨਨ ਕਹਿ ਸਕਦਾ ਹਾਂ ਕਿ ਇਹ ਕੰਮ ਕਰਦਿਆਂ ਮੈਨੂੰ ਕਿਸੇ ਨੇ ਨਹੀਂ ਵੇਖਿਆ। ਇਹ ਗੱਲ ਸੁਣ ਕੇ ਮਹਾਤਮਾ ਜੀ ਨੇ ਉਸ ਨੂੰ ਆਖਿਆ, ਠੀਕ ਹੈ, ਅਜੇ ਇਸ ਨੂੰ ਇੱਕ ਪਾਸੇ ਰੱਖ ਦੇਵੋ, ਮੈਂ ਠੀਕ ਮੌਕਾ ਵੇਖ ਕੇ
खा लवांगा। अगले दिन एक होर चेले ਨੂੰ ਬੁਲਾ ਕੇ ਮਹਾਤਮਾ ਜੀ ਨੇ ਇਹੀ ਕੰਮ ਆਖਿਆ ਅਤੇ ਨਾਲ ਹੀ ਆਪਣੀ ਸ਼ਰਤ ਵੀ ਸੁਣਾ ਦਿੱਤੀ। ਉਸ ਚੇਲੇ ਨੇ ਵੀ ਉਹਨਾਂ ਨੂੰ ਪੂਰੇ ਭਰੋਸੇ ਨਾਲ ਇਹ ਵਾਅਦਾ ਕੀਤਾ ਕਿ ਉਹ ਇਹ ਕੰਮ ਪੂਰੀ ਸਾਵਧਾਨੀ ਨਾਲ ਕਰੇਗਾ ਤੇ ਕਿਸੇ ਦੀ ਨਜ਼ਰ ਵੀ ਨਹੀਂ ਪੈਣ ਦੇਵੇਗਾ। ਜਦੋਂ ਉਹ ਵਾਪਸ ਆਇਆ ਤਾਂ ਮਹਾਤਮਾ ਜੀ ਨੇ ਬੜੀ ਪਕਿਆਈ ਨਾਲ ਇਹ ਗੱਲ ਮੁੜ ਕੇ ਪੁੱਛੀ ਕਿ ਕਿਸੇ ਵੇਖਿਆ ਤੇ ਨਹੀਂ, ਤੇ ਅੱਗੋਂ ਉਹਨਾਂ ਨੂੰ ਪੂਰੇ ਭਰੋਸੇ ਨਾਲ ਜਵਾਬ ਮਿਲਿਆ ਕਿ ਫਿਕਰ ਵਾਲੀ ਕੋਈ ਗੱਲ ਨਹੀਂ ਹੈ ਕਿ ਉਹ ਤਸੱਲੀ ਰੱਖਣ। ਇੱਕ ਦੋ ਦਿਨ ਹੋਰ ਇਹੀ ਸਿਲਸਿਲਾ ਚੱਲਦਾ ਰਿਹਾ ਕਿ ਮਹਾਤਮਾ ਜੀ ਲਿਆਂਦੇ ਹੋਏ ਮਾਸ ਨੂੰ ਇੱਕ ਪਾਸੇ ਰਖਵਾ ਦਿੰਦੇ। ਅੰਦਰੋਂ ਉਹਨਾਂ ਨੂੰ ਕਾਫੀ ਨਿਰਾਸ਼ਾ ਮਹਿਸੂਸ ਹੋ ਰਹੀ ਸੀ। ਆਖਿਰ ਇੱਕ ਦਿਨ ਇੱਕ ਚੇਲਾ ਜਿਉਂ ਮੁਰਗਾ ਫੜ ਕੇ ਲੈ ਕੇ ਗਿਆ, ਸਾਰਾ ਦਿਨ ਲੰਘ ਗਿਆ ਪਰ ਉਹ ਵਾਪਸ ਹੀ ਨਾ ਮੁੜਿਆ। ਰਾਤ ਪੈਣ ਤੋਂ ਕਾਫੀ ਸਮਾਂ ਬਾਅਦ ਉਹ ਵਾਪਸ ਆਇਆ ਤੇ ਜਿਉਂਦਾ ਮੁਰਗਾ ਉਹਦੇ ਹੱਥਾਂ ਵਿੱਚ ਸੀ। ਮਹਾਤਮਾ ਜੀ ਨੇ ਉਸ ਨੂੰ ਕਾਫੀ ਗੁੱਸਾ ਦਿਖਾਉਂਦਿਆਂ ਆਖਿਆ ਕਿ ਤੂੰ ਤਾਂ ਮੈਨੂੰ ਭੁੱਖਾ ਮਾਰਨ ਦੀ ਨੀਅਤ ਬਣਾਈ ਲੱਗਦੀ ਹੈ, ਇਤਨਾ ਨਿੱਕਾ ਜਿਹਾ ਕੰਮ ਵੀ ਤੇਰੇ ਕੋਲੋਂ ਨਹੀਂ ਹੋ ਸਕਿਆ। ਉਹ ਚੇਲਾ ਮਹਾਤਮਾ ਜੀ ਦੇ ਪੈਰੀਂ ਪੈ ਗਿਆ ਤੇ ਮਾਫੀ ਮੰਗਦਿਆਂ ਕਹਿਣ ਲੱਗਾ ਕਿ ਮਹਾਰਾਜ, ਮੈਂ ਤਾਂ ਸਾਰਾ ਦਿਨ ਆਪ ਦੇ ਹੁਕਮ ਨੂੰ ਪੂਰਾ ਕਰਨ ਲਈ ਹੀ ਭਟਕਦਾ ਰਿਹਾ ਹਾਂ, ਪਰ ਮੈਥੋਂ ਤੁਹਾਡਾ ਕੰਮ ਹੋ ਨਹੀਂ ਸਕਿਆ। ਮਹਾਤਮਾ ਜੀ ਅੰਦਰੋਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ, ਪਰ ਉਹ ਨਾਰਾਜ਼ਗੀ ਦਿਖਾਉਂਦਿਆਂ ਆਖਿਆ, ਤੂੰ ਤਾਂ ਬਹੁਤ ਹੀ ਨਲਾਇਕ ਨਿਕਲਿਆ ਹੈ, ਤੇਰੇ ਤੋਂ ਇੱਕ ਮੁਰਗਾ ਹਲਾਲ ਨਹੀਂ ਹੋਇਆ। ਉਸਨੇ ਬੜੀ ਹੀ ਅਧੀਨਗੀ ਨਾਲ ਆਖਿਆ, ਮਹਾਰਾਜ, ਮੈਂ ਤਾਂ ਸਵੇਰ ਵੇਲੇ ਹੀ ਜੰਗਲ ਦੇ ਅੰਦਰ ਇੱਕ ਸੁਨਸਾਨ ਜਗ੍ਹਾ ਤੇ ਜਾ ਕੇ ਹਲਾਲ ਕਰਨ ਲੱਗਿਆ ਸੀ, ਪਰ ਜਿਉਂ ਹੀ ਮੈਂ ਛੁਰਾ ਚੁੱਕਿਆ ਤਾਂ ਮੈਂ ਵੇਖਿਆ ਕਿ ਉਹ ਮੁਰਗਾ ਮੇਰੇ ਵੱਲ ਵੇਖ ਰਿਹਾ ਸੀ। ਮੈਨੂੰ ਆਪ ਦਾ ਹੁਕਮ ਚੇਤੇ ਆ ਗਿਆ ਤੇ ਮੈਂ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਫਿਰ ਮੈਂ ਛੁਰਾ ਚੁੱਕਿਆ ਤੇ ਮੈਨੂੰ ਖਿਆਲ ਆਇਆ ਕਿ ਆਪ ਨੇ ਕਿਹਾ ਸੀ ਕੋਈ ਵੀ ਨਾ ਵੇਖੇ, ਪਰ ਮੈਂ ਤਾਂ ਵੇਖ ਰਿਹਾ ਹਾਂ। ਫਿਰ ਮੈਂ ਆਪਣੀਆਂ ਅੱਖਾਂ ਵੀ ਮੂੰਦ ਲਈਆਂ ਤੇ ਛੁਰਾ ਚਲਾਉਣ ਹੀ ਲੱਗਾ ਸੀ ਕਿ ਚਿੜੀਆਂ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਉੱਥੋਂ ਉੱਠ ਕੇ ਬਹੁਤ ਹੀ ਦੂਰ ਜੰਗਲ ਦੇ ਇੱਕ ਸੰਘਣੇ ਪਾਸੇ ਚਲਾ ਗਿਆ ਜਿੱਥੇ ਕੋਈ ਪਸ਼ੂ ਪੰਛੀ ਨਜ਼ਰ ਨਹੀਂ ਸੀ ਆਉਂਦਾ। ਮੈਂ ਮੁਰਗੇ ਦੀ ਪੱਟੀ ਪੱਕੀ ਕੀਤੀ, ਆਪਣੀਆਂ ਅੱਖਾਂ ਬੰਦ ਕਰਕੇ ਛੁਰਾ ਚੁੱਕਿਆ ਤੇ ਅੱਲਾ ਦਾ ਨਾਮ ਲੈ ਕੇ ਛੁਰਾ ਹੇਠਾਂ ਕਰਨ ਹੀ ਲੱਗਾ ਸੀ ਕਿ ਮੈਨੂੰ ਧਿਆਨ ਆਇਆ ਕੋਈ ਹੋਰ ਭਾਵੇਂ ਮੈਨੂੰ ਇੱਥੇ ਨਹੀਂ ਵੇਖ ਰਿਹਾ, ਪਰ ਅੱਲਾ ਤਾਂ ਹਰ ਥਾਂ ਸਾਨੂੰ ਵੇਖਦਾ ਹੈ, ਤੇ ਮੇਰਾ ਹੱਥ ਰੁਕ ਗਿਆ। ਇਸ ਲਈ ਮੈਂ ਇਸ ਮੁਰਗੇ ਨੂੰ ਇਵੇਂ ਹੀ ਲੈ ਕੇ ਵਾਪਸ ਆ ਗਿਆ। ਇਤਨੀ ਗੱਲ ਕਹਿ ਕੇ ਉਹ ਫਿਰ ਤੋਂ ਮਹਾਤਮਾ ਜੀ ਦੇ ਚਰਨਾਂ ਤੇ ਝੁਕ ਗਿਆ। ਮਹਾਤਮਾ ਜੀ ਨੇ ਉਸ ਨੂੰ ਉਠਾਇਆ ਤੇ ਬੜੇ ਹੀ ਪਿਆਰ ਨਾਲ ਗਲੇ ਨਾਲ ਲਗਾ ਲਿਆ ਤੇ ਆਖਿਆ, ਮੈਨੂੰ ਆਪਣਾ ਜਾਨਸ਼ੀਨ ਲੱਭ ਗਿਆ ਹੈ, ਤੂੰ ਮੇਰੀ ਬਹੁਤ ਵੱਡੀ ਚਿੰਤਾ ਮੁਕਾ ਦਿੱਤੀ ਹੈ। ਹੁਣ ਮੈਂ ਬੜੇ ਚੈਨ ਨਾਲ ਇਸ ਦੁਨੀਆ ਤੋਂ ਰੁਖਸਤ ਹੋ ਸਕਦਾ ਹਾਂ। ਅੱਜ ਤੋਂ ਬਾਅਦ ਮੇਰੀ ਗੱਦੀ ਤੇ ਤੂੰ ਹੀ ਬੈਠੇਗਾ। ਇਹ ਕਹਾਣੀ ਸੁਣ ਕੇ ਸਾਨੂੰ ਇਹ ਪੰਕਤੀਆਂ ਚੇਤੇ ਆ ਹੀ ਜਾਣੀਆਂ ਚਾਹੀਦੀਆਂ ਹਨ। जले हरि थले हरि पूरे हरि बने हरि गिरे हरि गुफे हरि छिते हरि लबे हरि इहाँ हरि उहाँ हरि
जले हरि थले हरि पूरे हरि बने हरि गिरे हरि गुफे हरि छिते हरि लबे हरि इहाँ हरि उहाँ हरि इहाँ हरि उहाँ हरि इहाँ हरि उहाँ हरि जतस्तु हि व्रतस्तु हि गतस्तु हि मतस्तु हि तू ही 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 तू आओ अपने अंदर ਝਾਤ ਮਾਰ ਕੇ ਵੇਖੀਏ ਕਿ ਸਾਨੂੰ ਹਰ ਥਾਂ ਤੇ ਅੱਲਾ ਨਜ਼ਰ ਆਉਂਦਾ ਹੈ। ਕਹਾਣੀਆਂ ਦੀ ਇੱਥੇ ਸਮਾਪਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਇਸ ਤੋਂ ਬਾਅਦ ਮੈਂ ਆਸ ਕਰਾਂਗਾ ਕਿ ਇਸ ਅਟੈਂਪਟ ਬਾਰੇ, ਇਸ ਤਜਰਬੇ ਬਾਰੇ ਆਪ ਜੀ ਆਪਣਾ ਫੀਡਬੈਕ ਔਰ ਆਪਣੀ ਰਿਸਪੌਂਸ ਜ਼ਰੂਰ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।